ਨਾਏ ਮੰਨਿਆ ਦੁਰਮਤ ਗਈ, ਮਤ ਪ੍ਰਗਟੀ ਆਇਆ। ਨਾਉ ਮੰਨਿਆ ਹਉਮੈ ਗਈ, ਸਭ ਰੋਗ ਗਵਾਇਆ। ਨਾਏ ਮੰਨਿਆ ਨਾਮ ਊਪਜੈ, ਸਹਿਜੇ ਸੁਖ ਪਾਇਆ। ਨਾਏ ਮੰਨਿਆ ਨਾਮ ਊਪਜੈ, ਸਹਿਜੇ ਸੁਖ ਪਾਇਆ। ਸ਼ਲੋਕ। ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਅਸ਼ਟਪਦੀ। ਸੰਤ ਕੈ ਦੂਖਨ ਆਰਜਾ ਘਟੈ, ਸੰਤ ਕੈ ਦੂਖਨ ਜਮ ਤੇ ਨਹੀਂ ਛੁਟੈ। ਸੰਤ ਕੈ ਦੂਖਨ ਸੁਖ ਸਭ ਜਾਏ, ਸੰਤ ਕੈ ਦੂਖਨ ਨਰਕ ਮਹਿ ਪਾਏ। ਸੰਤ ਕੈ ਦੂਖਨ ਮਤ ਹੋਏ ਮਲੀਨ, ਸੰਤ ਕੈ ਦੂਖਨ ਸੋਭਾ ਤੇ ਹੀਨ। ਸੰਤ ਕੇ ਹੱਤੇ ਕੋ ਰਖੈ ਨ ਕੋਇ, ਸੰਤ ਕੈ ਦੂਖਨ ਥਾਨ ਭ੍ਰਸ਼ਟ ਹੋਏ। ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਪੀ ਤਰੈ। ਸੰਤ ਕੇ ਦੂਖਨ ਤੇ ਮੁਖ ਭਵੈ, ਸੰਤ ਕੈ ਦੂਖਨ ਕਾਗ ਜਿਉ ਲਵੈ। ਸੰਤ ਕੈ ਦੂਖਨ ਸਰਪ ਜੋਨ ਪਾਏ, ਸੰਤ ਕੈ ਦੂਖਨ ਤ੍ਰਿਗਦ ਜੋਨ ਕਿਰਮਾਏ। ਸੰਤ ਕੈ ਦੂਖਨ ਤ੍ਰਿਸ਼ਨਾ ਮਹਿ ਜਲੈ, ਸੰਤ ਕੈ ਦੂਖਨ ਸਭ ਕੋ ਛਲੈ। ਸੰਤ ਕੈ ਦੂਖਨ ਤੇਜ ਸਭ ਜਾਏ, ਸੰਤ ਕੈ ਦੂਖਨ ਨੀਚ ਨੀਚਾਏ। ਸੰਤ ਦੋਖੀ ਕਾ ਥਾਉ ਕੋ ਨਾਹੈ, ਨਾਨਕ ਸੰਤ ਭਾਵੈ ਓਏ ਪੀ ਤਾਂ ਓਏ ਪੀ ਗਤ ਪਾਹੈ। ਸੰਤ ਕਾ ਨਿੰਦਕ ਮਹਾ ਅਤ ਤਾਈ, ਸੰਤ ਕਾ ਨਿੰਦਕ ਖਿਨ ਟਿਕਣ ਨ ਪਾਈ। ਸੰਤ ਕਾ ਨਿੰਦਕ ਮਹਾ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰ ਦੀਨ। ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਵਿਜੋਗ। ਸੰਤ ਕੀ ਨਿੰਦਾ ਦੋਖ ਮਹਿ ਦੋਖ, ਨਾਨਕ ਸੰਤ ਭਾਵੈ ਤਾਂ ਉਸਕਾ ਪੀ ਹੋਏ ਮੋਖ। ਸੰਤ ਕਾ ਦੋਖੀ ਸਦਾ ਪਵਿੱਤ, ਸੰਤ ਕਾ ਦੋਖੀ ਕਿਸੈ ਕਾ ਨਹੀਂ ਮਿੱਤ। ਸੰਤ ਕੇ ਦੋਖੀ ਕੋ ਡਾਨ ਲਾਗੈ, ਸੰਤ ਕੇ ਦੋਖੀ ਕੋ ਸਭ ਤਿਆਗੈ। ਸੰਤ ਕਾ ਦੋਖੀ ਮਹਾ ਅਹੰਕਾਰੀ, ਸੰਤ ਕਾ ਦੋਖੀ ਸਦਾ ਵਿਕਾਰੀ। ਸੰਤ ਕਾ ਦੋਖੀ ਜਨਮੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ। ਸੰਤ ਕੇ ਦੋਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੈ ਤਾਂ ਲਏ ਮਿਲਾਏ। ਸੰਤ ਕੇ ਦੋਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੈ ਤਾਂ ਲਏ ਮਿਲਾਏ। ਧੰਨ ਧੰਨ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਸਾਨੂੰ ਬਖਸ਼ਿਸ਼ ਕਰਕੇ ਸੁਖਮਨੀ ਸਾਹਿਬ ਬਾਣੀ ਇਸ ਜਗਤ ਵਿੱਚ ਲਿਆਂਦੀ ਹੈ। ਉਹਨਾਂ ਦੇ ਓਟ ਆਸਰਾ ਲੈ ਕੇ, ਉਹਨਾਂ ਦੇ ਪਿੱਛੇ ਪਿੱਛੇ ਚੱਲ ਕੇ, ਆਪਣੀ ਤੁੱਛ ਬੁੱਧੀ ਅਨੁਸਾਰ, ਆਪਣੀ ਹਕੀਰ ਬੁੱਧੀ ਅਨੁਸਾਰ ਕੁਛ ਉਹਨਾਂ ਦੀ ਬਾਣੀ ਦੀ ਵਿਚਾਰ ਕਰੀਏ। ਵੈਸੇ ਤਾਂ ਬਾਣੀ ਅਰਸ਼ਾਂ ਦੀ ਹੈ, ਚੌਥੇ ਪੰਜਵੇਂ ਪਦ ਦੀ ਹੈ। ਆਪਾਂ ਤਿੰਨਾਂ ਗੁਣਾਂ 'ਚ ਆਪਣੀ ਬੁੱਧੀ ਬਿਲਕੁਲ ਸ੍ਰੇਸ਼ਟ ਨਹੀਂ ਹੈ, ਫਿਰ ਵੀ ਕੁਛ ਨਾ ਕੁਛ ਉਹਨਾਂ ਦੇ ਪਿੱਛੇ ਚੱਲ ਕੇ ਜੋ ਉਹ ਬਖਸ਼ਿਸ਼ ਕਰਦੇ ਹੈ ਉਹਦੇ ਅਨੁਸਾਰ ਬਿਆਨ ਕਰਦੇ ਹੈ, ਵਿਚਾਰ ਕਰਦੇ ਹੈ। ਸੋ ਸਾਧ ਸੰਗਤ ਜੀਓ, ਪਾਤਸ਼ਾਹ ਫਰਮਾਉਂਦੇ ਹੈ, ਸੰਤ ਸਰਨ ਜੋ ਜਨ ਪਰੈ, ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ। ਜੋ ਵੀ ਕੋਈ ਸੰਤ ਦੀ ਸ਼ਰਨ 'ਚ ਪੈਂਦਾ, ਗੁਰੂ ਦੀ ਸ਼ਰਨ 'ਚ ਪੈ ਜਾਂਦਾ ਹੈ, ਉਹ ਉਹਦਾ ਉਧਾਰ ਹੋ ਜਾਂਦਾ, ਉਦਾਹਰਨਹਾਰ ਹੋ ਜਾਂਦਾ, ਉਹ ਉਦਰਨਹਾਰ ਹੋ ਜਾਂਦਾ, ਮਤਲਬ ਉਹਦਾ ਉਧਾਰ ਹੋ ਸਕਦਾ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਜੇ ਕੋਈ ਸੰਤ ਦੀ ਨਿੰਦਿਆ ਕਰਦਾ ਤਾਂ ਉਹ ਵਾਰ ਵਾਰ ਜੰਮਦਾ ਮਰਦਾ, 84 ਬਣੀ ਰਹਿੰਦੀ ਹੈ। ਅਸ਼ਟਪਦੀ। ਸੰਤ ਕੈ ਦੂਖਨ ਆਰਜਾ ਘਟੈ। ਜਿਹੜਾ ਕੋਈ ਸੰਤ ਦੀ ਨਿੰਦਾ ਕਰਦਾ ਉਹਦੀ ਉਮਰ ਘਟਦੀ ਹੈ।
ਸੰਤ ਕੈ ਦੂਖਨ ਜਮ ਤੇ ਨਹੀਂ ਛੁੱਟੈ, ਜਮਾਂ ਦਾ ਦੰਡ ਪੈਣਾ ਹੀ ਪੈਣਾ। ਸੰਤ ਕੈ ਦੂਖਨ ਸੁਖ ਸਭ ਜਾਏ, ਸੰਤ ਦੇ ਦੋਖੀ ਦੇ ਸਭ ਸੁੱਖ ਚਲੇ ਜਾਂਦੇ ਆ, ਦੁੱਖਾਂ 'ਚ ਵਾਸਾ ਹੋ ਜਾਂਦਾ। ਸੰਤ ਕੈ ਦੂਖਨ ਨਰਕ ਮੈਂ ਪਾਏ, ਉਹਦਾ ਨਰਕਾਂ ਵਿੱਚ ਯਾਨੀ 84 ਦੇ ਗੇੜ 'ਚ ਪਿਆ ਰਹਿੰਦਾ। ਉਹ 184 ਨਰਕ ਨਾ ਭੋਗੋ, ਰਸਕ ਰਸਕ ਗੁਣ ਗਾਈ ਹੈ। ਸੰਤ ਕੈ ਦੂਖਨ ਮਤ ਹੋਏ ਮਲੀਨ, ਬੁੱਧੀ ਭ੍ਰਿਸ਼ਟ ਹੁੰਦੀ ਹੈ ਜਿਹੜਾ ਸੰਤ ਦੀ ਨਿੰਦਿਆ ਕਰਦਾ। ਸੰਤ ਕੈ ਦੂਖਨ ਸੋਭਾ ਤੇ ਹੀਨ, ਉਹਦੀ ਕੋਈ ਸੋਭਾ ਨਹੀਂ ਹੁੰਦੀ, ਸੋਭਾ ਤੋਂ ਹੀਣ ਹੁੰਦਾ ਜਿਹੜਾ ਸੰਤ ਦੀ ਨਿੰਦਿਆ ਕਰਦਾ। ਸਾਧ ਸੰਗਤ ਜੀ, ਇੱਥੇ ਜਿਹੜੀ ਬੈਲੈਂਸਡ ਅਪਰੋਚ ਗੁਰਬਾਣੀ ਦੀ ਉਹ ਇਹ ਵੀ ਹੈ ਬਈ ਸੰਤ ਪੂਰਾ ਹੋਵੇ, ਚੌਥੇ ਗੁਣ ਵਾਲਾ। ਇਹ ਨਾ ਹੋਵੇ ਵੀ ਅਸੀਂ ਕੋਈ ਬਾਹਰ ਦਾ ਲਿਬਾਸ ਪਾ ਕੇ ਆਪਣੇ ਆਪ ਨੂੰ ਸੰਤ ਸਮਝ ਬੈਠੀਏ ਅਤੇ ਲੋਕਾਂ ਨੂੰ ਕਹੀਏ ਵੀ ਸੰਤ ਦੀ ਨਿੰਦਿਆ ਮਾੜੀ ਹੈ। ਭਾਈ ਜਿਹੜਾ ਸੰਤਾਂ ਦਾ, ਮਹਾਂਪੁਰਸ਼ਾਂ ਦਾ ਅਨੁਭਵ ਹੈ, ਆਪਣੇ ਨਾਲ ਜੋੜ ਲਈਏ ਉਹਨੂੰ। ਇਹੀ ਕੁਛ ਹੋ ਰਿਹਾ ਪੰਜਾਬ 'ਚ ਡੇਰੇਦਾਰੀ 'ਚ। ਜਦ ਵੀ ਕੋਈ ਇਹੀ ਜਿਹੀ ਗੱਲ ਕੋਈ ਕਰਦਾ ਕਿਸੇ ਸੰਤ ਬਾਰੇ 'ਚ ਨਹੀਂ, ਜਿਹੜੇ ਅਸੰਤ ਹੈ ਉਹਨਾਂ ਬਾਰੇ 'ਚ ਕੋਈ ਗੱਲ ਕਹਿੰਦਾ ਤਾਂ ਉਹ ਜਦੇ ਡਰਾਬਾ ਦਿੰਦੇ ਵੀ ਸੰਤ ਦੀ ਨਿੰਦਿਆ ਨਹੀਂ ਕਰੀਦੀ। ਉਹ ਭਾਈ ਸੰਤ ਦੀ ਨਿੰਦਿਆ ਮਾੜੀ ਹੈ, ਨਾ ਕਿ ਅਸੰਤ ਦੀ। ਅਸੰਤ ਨੂੰ ਤਾਂ ਕਬੀਰ ਜੀ ਨੇ ਬਨਾਰਸ ਕੇ ਠੱਗ ਵੀ ਕਿਹਾ। ਔਰ ਇਹੋ ਜਿਹੇ ਲੋਕਾਂ ਦਾ ਤਾਂ ਵਾਸ ਵਿੱਚ ਨਰਕ ਵਿੱਚ ਵਾਸ ਹੁੰਦਾ ਹੈ। ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕੱਟਿਓ ਬਾਸ ਨਰਕ ਮੌਲੀ। ਅਜਿਹੇ ਲੋਕ ਜਿਹੜੇ ਸੰਤ ਸਮਝਦੇ ਆਪਣੇ ਆਪ ਨੂੰ ਹੈ ਨਹੀਂ, ਲੋਕ ਵੀ ਕਿਸੇ ਹੱਦ ਤੱਕ ਸਮਝਣ ਲੱਗ ਪੈਂਦੇ, ਉਹਨਾਂ ਦਾ ਵਾਸਾ ਨਰਕ ਵਿੱਚ ਹੁੰਦਾ। ਤੋ ਜਿਹੜਾ ਸੰਤ ਹੈ ਉਹਦੀ ਸੋਭਾ ਸੁਖਮਨੀ ਸਾਹਿਬ 'ਚ ਆਏ ਰਹੀ ਹੈ, ਉਹਦੀ ਸੋਭਾ ਕਹੀਓ ਨਹੀਂ ਜਾ ਸਕਦੀ, ਇੰਨੀ ਉਹਦੀ ਸੋਭਾ ਹੁੰਦੀ ਹੈ। ਸੰਤ ਕੈ ਦੂਖਨ ਮਤ ਹੋਏ ਮਲੀਨ, ਸੰਤ ਕੈ ਦੂਖਨ ਸੋਭਾ ਤੇ ਹੀਨ, ਸੰਤ ਕੇ ਹੱਤੇ ਕੋ ਰੱਖੈ ਨਾ ਕੋਇ। ਜਿਹਨੂੰ ਸੰਤ ਇੱਕ ਵਾਰੀ ਦੂਰ ਕਰ ਦੇਵੇ, ਭ੍ਰਿਸ਼ਟ ਕਰ ਦੇਵੇ, ਮਤਲਬ ਉਹ ਭ੍ਰਿਸ਼ਟਿਆ ਜਾਵੇ ਸੰਤ ਦੀ ਨਿੰਦਿਆ ਕਰਕੇ, ਉਹਨੂੰ ਫਿਰ ਕੋਈ ਰੱਖ ਨਹੀਂ ਸਕਦਾ। ਜਿਹੜਾ ਸੰਤ ਦੁਆਰਾ ਮਾਰਿਆ ਜਾਂਦਾ, ਸਰਾਪਿਆ ਜਾਂਦਾ ਹੈ, ਉਹਨੂੰ ਕੋਈ ਰੱਖ ਨਹੀਂ ਸਕਦਾ। ਫਿਰ ਪਰ ਜੇ ਸੰਤ ਭਾਵੈ ਤਾਂ ਉਸਕਾ ਵੀ ਹੋਏ ਮੋਖ, ਅੱਗੇ ਚੱਲ ਕੇ ਆਊਗੀ ਬਾਤ। ਜੇ ਸੰਤ ਚਾਹੇ ਤਾਂ ਉਹਦਾ ਹੋ ਸਕਦਾ ਕਲਿਆਣ, ਅਦਰਵਾਈਜ਼ ਹੋਰ ਨਹੀਂ ਕੋਈ ਵੀ ਰੱਖ ਸਕਦਾ ਉਹਨੂੰ। ਫਿਰ ਸੰਤ ਕੈ ਦੂਖਨ ਥਾਨ ਭ੍ਰਸ਼ਟ ਹੋਏ, ਫਿਰ ਉਹ ਦੋਖੀ ਜਿਹੜਾ ਸੰਤ ਦਾ ਹੁੰਦਾ ਹੈ, ਜਿੱਥੇ ਉਹ ਰਹਿੰਦਾ ਉਹ ਥਾਨ ਵੀ ਭ੍ਰਿਸ਼ਟ ਹੋ ਜਾਂਦਾ। ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਭੀ ਤਰੈ। ਜੇ ਸੰਤ ਕਿਰਪਾ ਕਰ ਦੇਵੇ ਔਰ ਸਤਸੰਗ ਵਿੱਚ ਜੋੜ ਦੇਵੇ ਤਾਂ ਨਿੰਦਕ ਦਾ ਵੀ ਉਧਾਰ ਹੋ ਜਾਂਦਾ, ਉਹ ਵੀ ਤਰ ਜਾਂਦਾ। ਫਿਰ ਸੰਤ ਕੇ ਦੂਖਨ ਤੇ ਮੁਖ ਪਵੈ, ਜਿਹੜਾ ਸੰਤ ਦਾ ਦੋਖੀ ਹੁੰਦਾ ਉਹ ਤੋਂ ਲੋਕ ਮੂੰਹ ਮੋੜ ਲੈਂਦੇ। ਸੰਤਨ ਕੈ ਦੂਖਨ ਕਾਗਜਿਉ ਲਵੇ, ਜਿਵੇਂ ਕਾਂ ਕਾਂ ਕਰਦਾ ਹੈ, ਉਸੇ ਤਰ੍ਹਾਂ ਸੰਤ ਦਾ ਦੋਖੀ ਵੀ ਸਾਰਾ ਦਿਨ ਕਾਂ ਕਾਂ ਨਿੰਦਿਆ ਕਰਦਾ ਫਿਰੀ ਜਾਂਦਾ। ਸੰਤਨ ਕੈ ਦੂਖਨ ਸਰਪ ਜੋਨ ਪਾਏ, ਸਰਪ ਦੀ ਜੋਨ ਨੂੰ ਮਾੜਾ ਸਮਝਿਆ ਜਾਂਦਾ, ਦੇਖਦੀ ਸਾਰੀ ਡੰਡਾ ਮਾਰਦੇ ਆਪਾਂ ਉਹਦੇ, ਉਹ ਜੋਨ ਪੈਂਦੀ ਹੈ ਫਿਰ ਉਸ ਬੰਦੇ ਦੀ ਜਿਹੜਾ ਸੰਤ ਦਾ ਦੋਖੀ ਹੁੰਦਾ। ਸੰਤ ਕੈ ਦੂਖਨ ਤ੍ਰਿਗਤ ਜੋਨ ਕਿਰਮਾਏ, ਸੰਤ ਕੇ ਦੋਖੀ ਦੀ ਜਿਹੜੀ ਜੋਨ ਹੈ ਉਹ ਜਿੱਕਣ ਕਿਰਮ ਵਗੈਰਾ ਹੁੰਦੇ, ਤ੍ਰਿਗਤ ਜੋਨ ਰਿੰਗਣ ਵਾਲੇ, ਉਹ ਬਣ ਜਾਂਦੀ ਹੈ। ਸੰਤ ਕੈ ਦੋਖਨ ਤ੍ਰਿਸ਼ਨਾ ਮੈਂ ਜਲੈ, ਤ੍ਰਿਸ਼ਨਾ ਮੁੱਕਦੀ ਨਹੀਂ ਅਜਿਹੇ ਬੰਦੇ ਦੀ। ਸੰਤ ਕੈ ਦੂਖਨ ਸਭ ਕੋ ਛਲੈ, ਜਿਹੜਾ ਦੋਖੀ ਹੈ ਸੰਤਾਂ ਦਾ ਉਹ ਸਭ ਨੂੰ ਛਲਦਾ ਹੈ। ਸੰਤ ਕੈ ਦੂਖਨ ਤੇਜ ਸਭ ਜਾਏ, ਸਾਰਾ ਤੇਜ ਇਕਬਾਲ ਬੰਦੇ ਦਾ ਜਾਂਦਾ ਰਹਿੰਦਾ ਜਿਹੜਾ ਸੰਤ ਦੀ ਨਿੰਦਿਆ ਕਰਦਾ। ਸੰਤ ਕੈ ਦੂਖਨ ਨੀਚ ਨੀਚਾਏ, ਉਹ ਨੀਚਿਆਂ ਤੋਂ ਵੀ ਨੀਚਾ ਹੈ ਜਿਹੜਾ ਸੰਤ ਦਾ ਦੋਖੀ ਹੁੰਦਾ। ਸੰਤ ਦੋਖੀ ਕਾ ਥਾਉ ਕੋ ਨਾਹੀ, ਉਹਦੇ ਵਾਸਤੇ ਕੋਈ ਜਗ੍ਹਾ ਨਹੀਂ, ਸਭ ਜਗ੍ਹਾ ਫਿਟਕਾਰਿਆ ਜਾਂਦਾ ਜਿਹੜਾ ਸੰਤ ਦਾ ਨਿੰਦਕ ਹੁੰਦਾ। ਨਾਨਕ ਸੰਤ ਭਾਵੈ ਤਾਂ ਉਹਏ ਵੀ ਗਤ ਪਾਹੈ, ਜੇ ਸੰਤ ਭਾ ਜਾਵੇ ਸੰਤ ਨੂੰ ਤਾਂ ਜਿਹੜਾ ਨਿੰਦਕ ਹੁੰਦਾ ਉਹਦੀ ਵੀ ਗਤ ਹੋ ਜਾਂਦੀ ਹੈ। ਸਾਧ ਸੰਗਤ ਜੀ, ਇਹ ਗੱਲ ਸਾਡੇ ਗੁਰੂ ਕਾਲ ਵਿੱਚ ਵੀ ਹੈ। ਜਿਵੇਂ ਪਿਰਥੀਆ ਬੜਾ ਭਰਾਤਾ ਗੁਰੂ ਅਰਜਨ ਦੇਵ ਜੀ ਦੀ ਨਿੰਦਿਆ ਕਰਦਾ ਰਹਿੰਦਾ ਸੀ, ਛੋਟੇ ਸਾਹਿਬਜ਼ਾਦੇ ਨੂੰ ਮਾਰਨ ਤੱਕ ਵੀ ਗਿਆ ਕਈ ਵਾਰੀ। ਹੋਰ ਵੀ ਗੁਰੂ ਘਰ 'ਚ ਹੋਏ ਹੈ, ਗੁਰੂ ਪੁੱਤਰ ਵੀ ਨਿੰਦਕ ਹੋਏ ਹੈ, ਮਾਇਆਧਾਰੀ ਹੋਏ ਹੈ, ਉਹਨਾਂ ਦਾ ਵੀ ਆਧਾਰ ਗੁਰੂ ਸਾਹਿਬ ਨੇ ਕਰਿਆ, ਕਿਉਂਕਿ ਗੁਰੂ ਸਾਹਿਬ ਨੇ ਕਦੇ ਵੀ ਉਹਨਾਂ ਨੂੰ ਕੋਈ ਐਸਾ ਬਚਨ ਨਹੀਂ ਕਿਹਾ ਜਿਹਦੇ ਨਾਲ ਉਹ ਨਰਕ ਵਿੱਚ ਜਾਣ। ਇੱਕ ਵਾਰੀ 6ਵੇਂ ਪਾਤਸ਼ਾਹ ਤਿਆਰ ਬਰ ਤਿਆਰ ਹੋ ਕੇ, ਉਹਨਾਂ ਦੇ ਨਾਲ ਸਿੰਘ ਵੀ ਸਿੱਖ ਵੀ ਰਹਿੰਦੇ ਹੁੰਦੇ ਸੀ ਸ਼ਸਤਰਧਾਰੀ,
ਮਿਹਰਬਾਨ ਕੋਲ ਚਲੇ ਗਏ, ਭਰਾਤਾ ਹੀ ਲੱਗਦਾ ਸੀ ਉਹ ਵੀ। ਉਹ ਮਿਹਰਬਾਨ ਨੇ ਅੱਗੇ ਤੋਂ ਦੁਰਵਚਨ ਵੀ ਬੋਲੇ, ਪਲੰਗ ਤੋਂ ਵੀ ਨਹੀਂ ਉੱਠਿਆ, ਗੁਰੂ ਸਾਹਿਬ ਹੇਠਾਂ ਹੀ ਬੈਠ ਗਏ। ਹਾਲਾਂਕਿ ਇੰਨਾ ਪਾਵਰ ਸੀ ਕੋਲ ਸਿੱਖਾਂ ਦੀ, ਕੁਛ ਵੀ ਕਰ ਸਕਦੇ ਸੀ। ਸਿੱਖਾਂ ਨੇ ਇਤਰਾਜ਼ ਵੀ ਕਰਿਆ ਕਿ ਗੁਰੂ ਸਾਹਿਬ ਜੀ ਇਹ ਤੁਹਾਨੂੰ ਅਦਬ ਨਹੀਂ ਦੇ ਰਿਹਾ, ਆਪ ਉੱਪਰ ਬੈਠਾ, ਤੁਸੀਂ ਹੇਠ ਬੈਠੇ ਹੋ। ਉਹਨਾਂ ਨੂੰ ਰੋਕਿਆ ਸਿੱਖਾਂ ਨੂੰ ਵੀ ਨਹੀਂ, ਕੁਛ ਨਹੀਂ ਕਹਿਣਾ, ਭਰਾਤਾ ਹੈ ਵੱਡਾ। ਸੋ ਅਜਿਹੇ ਜਿਹੜੇ ਗੁਰੂ ਦੋਖੀ ਵੀ ਥੇ ਘਰਾਂ ਵਿੱਚ, ਉਹਨਾਂ ਦਾ ਵੀ ਮਹਾਰਾਜ ਨੇ ਆਧਾਰ ਕਰਿਆ। ਗੁਰਬਾਣੀ 'ਚ ਹੋਰ ਵੀ ਜ਼ਿਕਰ ਆਉਂਦੇ, ਕੁਬਜਾ ਦਾ ਆਧਾਰ ਕਰਿਆ, ਗੰਨਕਾਂ ਦਾ ਕਰਿਆ। ਇਹ ਉਹਦੀ ਮਰਜ਼ੀ ਆ, ਉਹਦੀ ਮੌਜ ਹੈ, ਜਿਹਨੂੰ ਚਾਹੇ ਉਹਦਾ ਆਧਾਰ ਕਰ ਸਕਦਾ। ਜੇ ਉਹਨੂੰ ਸੰਤ ਮਿਲ ਜੇ, ਸੰਤ ਉਹਦੇ 'ਤੇ ਕਿਰਪਾ ਕਰਦੇ, ਉਹਦਾ ਆਧਾਰ ਹੋ ਜਾਂਦਾ। ਸਾਧ ਸੰਗਤ ਜੀਓ, ਜਿਹੜੇ ਪਰਮਾਤਮਾ ਔਰ ਗੁਰੂ 'ਤੇ ਆਕੀਏ, ਕਿਸੇ ਕਾਰਨ ਉਹਨਾਂ ਦਾ ਵਿਰੋਧ ਕਰਦੇ ਆ, ਹੋਰ ਗੱਲ ਹੈ। ਲੇਕਿਨ ਰੱਬ ਨੂੰ ਜਿਹੜੇ ਨਹੀਂ ਮੰਨਦੇ, ਫਿਰੌਨ ਵਰਗੇ, ਨਮਰੂਦ ਵਰਗੇ, ਔਰ ਕੌਰਵ ਵੰਸ਼ ਸੀ ਜਿਵੇਂ ਉਹ ਰਾਵਣ, ਉਹਨਾਂ ਦਾ ਫਿਰ ਵੱਧ ਹੁੰਦਾ। ਬਾਕੀਆਂ ਦਾ ਆਧਾਰ ਹੋ ਜਾਂਦਾ, ਪਰ ਉਹਨਾਂ ਦਾ ਵੱਧ ਹੁੰਦਾ। ਸੰਤ ਕਾ ਨਿੰਦਕ ਮਹਾਂ ਅਤਿਤਾਈ। ਸੰਤਾਂ ਦਾ ਜਿਹੜਾ ਨਿੰਦਕ ਹੁੰਦਾ ਹੈ, ਉਹ ਮਹਾਂ ਐਕਸਟਰੀਮਿਸਟ ਹੁੰਦਾ, ਅਤਿਤਾਈ, ਜ਼ੁਲਮ ਕਰਦਾ ਹੁੰਦਾ, ਅੱਤ ਚੱਕਦਾ। ਸੰਤ ਕਾ ਨਿੰਦਕ ਖਿਨ ਟਿਕਣ ਨਾ ਪਾਈ, ਕਿਤੇ ਨਹੀਂ ਟਿਕਦਾ ਉਹ, ਭਾਵੇਂ ਉਹਦੀ ਆਦਤ ਹੁੰਦੀ ਉਹ ਕਰੀ ਜਾਂਦਾ। ਨਿੰਦਕ ਸੋਧ ਸਾਧ ਵਿਚਾਰਿਆ, ਕਹੁ ਰਵਿਦਾਸ ਪਾਪੀ ਨਰਕ ਸਿਧਾਰਿਆ। ਨਿੰਦਕ ਨੂੰ ਇਹ ਹੁਕਮ ਹੈ ਵੀ ਤੈਂ ਨਿੰਦਿਆ ਕਰਨੀ ਹੈ। ਆਵਖਦ ਸਭੇ ਕੀਤਿਨ ਨਿੰਦਕ ਕਾ ਦਾਰੂ ਨਾ ਹੈ। ਹੋਰ ਹਰ ਚੀਜ਼ ਦੀ ਦਵਾਈ ਹੈ, ਦਵਾ ਹੈ, ਲੇਕਿਨ ਨਿੰਦਿਆ ਦੀ ਕੋਈ ਦਵਾਈ ਨਹੀਂ ਹੈ। ਜਿਹੜਾ ਨਿੰਦਕ ਹੈ ਉਹਦੀ ਕੋਈ ਇਲਾਜ ਨਹੀਂ ਹੈ। ਉਹਦਾ ਉਧਾਰ ਹੋ ਸਕਦਾ ਜੇ ਉਹ ਸੰਗਤ ਵਿੱਚ ਆ ਜਾਏ, ਪਰ ਉਹਦਾ ਵੈਸੇ ਇਲਾਜ ਕੋਈ ਨਹੀਂ ਹੈ। ਉਹਨੂੰ ਹੁਕਮ ਹੈ ਪਰਮੇਸ਼ਰ ਵੱਲੋਂ ਵੀ ਤੈਂ ਨਿੰਦਿਆ ਕਰਨੀ ਓ ਕਰਨੀ। ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਸੰਤ ਕਾ ਨਿੰਦਕ ਰਾਜ ਤੇ ਹੀਣ। ਉਹਦਾ ਜਿਹੜਾ ਰਾਜ ਹੁੰਦਾ ਉਹ ਹੋ ਹੀ ਨਹੀਂ ਸਕਦਾ, ਉਹਦੇ ਕੋਲ ਰਹਿ ਹੀ ਨਹੀਂ ਸਕਦਾ ਜੇ ਕੋਈ ਐਸਾ ਹੋਵੇ, ਨਿੰਦਕ ਹੋਵੇ ਜਿਹੜਾ ਸੰਤ ਦਾ। ਸੰਤ ਕਾ ਨਿੰਦਕ ਦੁਖੀਆ ਔਰ ਦੀਨ। ਸੰਤ ਦਾ ਨਿੰਦਕ ਹਮੇਸ਼ਾ ਦੁਖੀਆ ਔਰ ਦੁੱਖ ਵਿੱਚ ਰਹੂਗਾ, ਕੰਗਾਲ ਬਣ ਕੇ ਰਹੂਗਾ। ਸੰਤ ਕੇ ਨਿੰਦਕ ਕੋ ਸਰਬ ਰੋਗ। ਸੰਤ ਕੇ ਨਿੰਦਕ ਕੋ ਸਦਾ ਵਿਜੋਗ। ਸਦਾ ਹੀ ਵਿਛੋੜੇ 'ਚ ਰਹੂਗਾ ਉਹ, ਸਦਾ ਹੀ ਉਹਨੂੰ ਸਾਰੇ ਰੋਗ ਲੱਗੇ ਰਹਿਣਗੇ। ਸੰਤ ਕੀ ਨਿੰਦਾ ਦੋਖ ਮੈਂ ਦੋ। ਸਭ ਤੋਂ ਬੁਰੇ ਦੋਖਾਂ ਵਿੱਚੋਂ ਵੀ ਦੋਖ ਸੰਤ ਕੀ ਨਿੰਦਾ ਹੈ। ਨਾਨਕ ਸੰਤ ਭਾਵੈ ਤਾਂ ਉਸਕਾ ਵੀ ਹੋਏ ਮੋਖ। ਸੰਤ ਕਾ ਦੋਖੀ ਸਦਾ ਅਪਵਿੱਤ। ਹਮੇਸ਼ਾ ਅਪਵਿੱਤਰ ਹੁੰਦਾ ਹੈ, ਸੋਇਲਡ ਐਂਡ ਡਰਟੀ ਹੁੰਦਾ ਹੈ ਜਿਹੜਾ ਸੰਤ ਦਾ ਦੋਖੀ ਹੁੰਦਾ। ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ। ਉਹ ਕਿਸੇ ਦਾ ਵੀ ਮਿੱਤਰ ਨਹੀਂ ਹੁੰਦਾ, ਨਿੰਦਿਆ ਉਹ ਸਭ ਦੀ ਕਰਦਾ, ਉਹਦਾ ਸੁਭਾਅ ਹੁੰਦਾ। ਸੰਤ ਕੇ ਦੋਖੀ ਕੋ ਡਾਨ ਲੱਗ ਗਏ। ਸੰਤ ਕੇ ਦੋਖੀ ਨੂੰ ਧਰਮਰਾਜ ਸਜ਼ਾ ਲਾਉਂਦਾ ਹੈ। ਸੰਤ ਕੇ ਦੋਖੀ ਕੋ ਸਭ ਤਿਆਗੈ। ਸਭ ਲੋਕ ਉਹਨੂੰ ਤਿਆਗ ਦਿੰਦੇ। ਸੰਤ ਕਾ ਦੋਖੀ ਮਹਾ ਅਹੰਕਾਰੀ, ਐਰੋਗੈਂਟ ਹੁੰਦਾ ਉਹ ਜਿਹੜਾ ਸੰਤ ਦਾ ਨਿੰਦਕ ਹੁੰਦਾ। ਸੰਤ ਕਾ ਦੋਖੀ ਸਦਾ ਵਿਕਾਰੀ। ਹਮੇਸ਼ਾ ਵਿਕਾਰੀ ਬਣਿਆ ਰਹਿੰਦਾ, ਵਿਕਾਰਾਂ 'ਚ ਫਸਿਆ ਰਹਿੰਦਾ। ਸੰਤ ਕਾ ਦੋਖੀ ਜਨਮੈ ਮਰੈ। ਸੰਤ ਕੀ ਦੁਗਣਾ ਸੁਖ ਤੇ ਟਰੈ। ਸੁੱਖ ਪ੍ਰਾਪਤ ਨਹੀਂ ਹੁੰਦਾ, ਜਨਮਦਾ ਰਹਿੰਦਾ, ਮਰਦਾ ਰਹਿੰਦਾ। ਸੰਤ ਕੇ ਦੋਖੀ ਕੋ ਨਾਹੀ ਠਾਉ। ਕੋਈ ਜਗ੍ਹਾ ਨਹੀਂ ਹੁੰਦੀ ਉਹਦੇ ਵਾਸਤੇ। ਨਾਨਕ ਸੰਤ ਭਾਵੈ ਤਾਂ ਲੈ ਮਿਲਾਏ। ਜੇ ਸੰਤ ਚਾਹੇ ਤਾਂ ਉਹਨੂੰ ਵੀ ਆਪਣੇ ਨਾਲ ਮਿਲਾ ਲਵੇ। ਸਾਧ ਸੰਗਤ ਜੀ, ਹੋਏ ਤਾਂ ਅਸੀਂ ਅੱਜ ਦੀ ਵਿਚਾਰ, ਕੁਛ ਵਿਚਾਰ ਆਪਾਂ ਨਾਮ ਬਾਰੇ 'ਚ ਚਲਦੀ ਰਹਿੰਦੀ ਹੈ ਵੈਸੇ ਤਾਂ ਇਸ ਗਰੁੱਪ 'ਚ, ਥੋੜ੍ਹੀ ਜਿਹੀ ਹੋਰ ਉਹਨੂੰ ਅੱਗੇ ਵਧਾਈਏ। ਨਾਮ ਪਰਮਾਤਮਾ ਦਾ ਅਤੇ ਨਾਮ ਜਿਹੜਾ ਅੰਦਰ ਪ੍ਰਗਟ ਹੋਣਾ ਹੈ ਪਰਮਾਤਮਾ ਦਾ, ਉਹਦੇ 'ਚ ਬਹੁਤ ਡਿਫਰੈਂਸ ਹੈ। ਦੇਰ ਇਜ਼ ਏ ਲੋਟ ਆਫ ਡਿਫਰੈਂਸ ਬਿਟਵੀਨ ਦਾ ਨੇਮ ਆਫ ਦਾ ਗੋਡ ਐਂਡ ਦਾ ਨਾਮ ਇਨ ਕੌਮਰਸ। ਨਾਮ ਪਰਮਾਤਮਾ ਦਾ ਪਵਿੱਤਰ ਹੈ, ਪਰ ਜਿਵੇਂ ਗੁਰਬਾਣੀ ਵਿੱਚ ਨਾਮ ਦੀ ਜਿਹੜੀ ਵਿਆਖਿਆ, ਨਾਮ ਦਾ ਜਿਹੜਾ ਮਾਰਗ ਹੈ, ਉਹ ਇਹ ਤੋਂ ਥੋੜ੍ਹਾ ਹਟਵਾਂ ਹੈ, ਉਹਨੂੰ ਸਮਝਣ ਵਾਲਾ ਹੈ। ਉਹ ਹੈ ਪਰਮਾਤਮਾ ਦਾ ਹੀ ਨਾਮ, ਲੇਕਿਨ ਉਹ ਕਿਸੇ ਖਾਸ ਕੰਡੀਸ਼ਨ 'ਚ ਪੈਦਾ ਹੁੰਦਾ। ਜਦੋਂ ਗੁਰੂ ਨਾਲ ਭੇਂਟ ਹੁੰਦੀ ਹੈ, ਗੁਰੂ ਸਾਡੀ ਹਉਮੈ ਤੋੜ ਕੇ ਆਪਣੇ ਨਾਲ ਮਿਲਾਉਂਦਾ ਹੈ, ਸਾਨੂੰ ਸ਼ਬਦ ਵੀ ਬਖਸ਼ਦਾ ਹੈ, ਉਦੋਂ ਉਹ ਨਾਮ ਅੰਦਰ ਪੈਦਾ ਹੁੰਦਾ।
ਕਿੱਥੋਂ ਸਮਝ ਆ ਰਹੀ ਇਸ ਗੱਲ ਦੀ ਆਈ? ਸਾਧ ਸੰਗਤ ਜੀਓ, ਨਾਏ ਮੰਨਿਆ ਨਾਮ ਉਪਜੈ, ਸਹਿਜੇ ਸੁਖ ਪਾਏ। ਜੇ ਰੱਬ ਦੇ ਨਾਂ ਨੂੰ ਮੰਨਾਂਗੇ ਅੰਦਰ ਤੋਂ, ਫਿਰ ਅੰਦਰ ਨਾਮ ਪੈਦਾ ਹੋਣਾ, ਫਿਰ ਸਹਿਜ ਸੁਖ ਪੈਦਾ ਹੋਣਾ। ਔਰ ਨਾਮ ਦੇ ਮੰਨਣ ਨਾਲ ਹੀ ਦੁਰਮਤ ਜਾਣੀ ਹੈ। ਨਾਏ ਮੰਨਿਆ ਦੁਰਮਤ ਗਈ, ਮਤ ਪ੍ਰਗਟੀ ਆਇਆ। ਚੰਗੀ ਸ੍ਰੇਸ਼ਟ ਮਤ ਪ੍ਰਗਟ ਹੋ ਜਾਂਦੀ ਹੈ ਵਿਵੇਕ ਵਾਲੀ। ਨਾਉ ਮੰਨਿਆ ਹਉਮੈ ਗਈ, ਸਭ ਰੋਗ ਗਵਾਇਆ। ਹਉਮੈ ਜਾਣਿਓ ਨਾਮ ਦੇ ਮੰਨਣ ਨਾਲ ਹੈ। ਜਿਹੜਾ ਬੰਦਾ ਰੱਬ ਦੇ ਨਾਂ ਨੂੰ ਮੰਨਦਾ ਨਹੀਂ, ਉਹਦੀ ਹਉਮੈ ਜਾ ਨਹੀਂ ਸਕਦੀ, ਨਾਮ ਪ੍ਰਗਟ ਨਹੀਂ ਹੋ ਸਕਦਾ ਉਹਦੇ ਅੰਦਰ, ਭਾਵੇਂ ਰੋਜ਼ ਰੱਬ ਦਾ ਨਾਂ ਲੈਂਦਾ ਉਹ। ਕਿਉਂਕਿ ਮਨਮੁਖ ਹਰ ਹਰ ਕਰ ਥਕੇ, ਮੈਲ ਨਾ ਸਕੀ ਧੋਏ। ਮਨਮੁਖ ਵੀ ਹਰ ਹਰ ਬਹੁਤ ਕਰਦਾ ਹੈ, ਪਰ ਅੰਦਰ ਦੀ ਸਮਝ ਨਹੀਂ ਹੁੰਦੀ, ਬੁੱਝਣਾ ਆਉਂਦਾ ਕੋਈ ਨਹੀਂ। ਵੇਦ ਪਾਠ ਸੰਸਾਰ ਕੀ ਕਾਰ, ਪੜ੍ਹ ਪੜ੍ਹ ਪੰਡਿਤ ਕਰੈਂ ਵਿਚਾਰ। ਬਿਨ ਬੂਝੇ ਸਭ ਹੋਏ ਖੁਆਰ। ਵਿਚਾਰਾਂ ਪੰਡਿਤ ਵੀ ਬਹੁਤ ਕਰਦੇ ਆ ਵੇਦਾਂ ਦੀਆਂ। ਸਿੱਖ ਜਗਤ ਵਿੱਚ ਵੀ ਬਹੁਤ ਚੱਲਦਾ ਹੈ, ਚੱਲਣਾ ਚਾਹੀਦਾ ਹੈ, ਕਿਉਂਕਿ ਇਹ ਇੱਕ ਤਰੀਕਾ ਹੈ ਅੱਗੇ ਬੁੱਝਣ ਦਾ, ਜੇ ਆ ਜਾਏ। ਪਰ ਬੁੱਝਣਾ ਜਿਹੜਾ ਉਹ ਬਖਸ਼ਿਸ਼ ਗੁਰੂ ਦੀ ਹੈ, ਗੁਰਬਾਣੀ ਦੀ ਹੈ। ਜੇ ਕਿਸੇ ਨੂੰ ਆ ਜਾਏ, ਇਕੱਲੀ ਵਿਚਾਰ ਨਾਲ ਪ੍ਰਾਪਤੀ ਨਹੀਂ ਹੋਣੀ। ਬਿਨ ਬੂਝੇ ਕਰਮ ਕਮਾਵਣੇ, ਜਨਮ ਪਦਾਰਥ ਖੋਏ। ਬੁੱਝਣਾ ਬਹੁਤ ਪਵਿੱਤਰ ਸ਼ਬਦ ਹੈ ਗੁਰਬਾਣੀ 'ਚ। ਇਹਦਾ ਅੰਗਰੇਜ਼ੀ ਦੇ ਵਿੱਚ ਕੋਈ ਕੋਰਸਪੋਂਡਿੰਗ ਸ਼ਬਦ ਦਾਸਰੇ ਨੂੰ ਨਹੀਂ ਮਿਲਿਆ ਹੁਣ ਤਾਈਂ। ਅੰਡਰਸਟੈਂਡ ਦੇ ਨਾਲ ਹੀ ਕੰਮ ਸਾਰਦੇ। ਅੰਡਰਸਟੈਂਡਿੰਗ ਤਾਂ ਬੁੱਧੀ ਨਾਲ ਹੁੰਦੀ ਹੈ ਅਸਲ 'ਚ। ਬੁੱਝਣਾ ਜਿਹੜਾ ਉਹ ਵਿਵੇਕ ਨਾਲ ਹੁੰਦਾ, ਉਹਦਾ ਕੋਈ ਸ਼ਬਦ ਅੰਗਰੇਜ਼ੀ 'ਚ ਮਿਲਿਆ ਨਹੀਂ। ਕਿਸੇ ਕੋਲ ਹੋਵੇ ਤਾਂ ਦੱਸਿਓ। ਇੰਟਿਊਟਿਵ ਵਿਜ਼ਡਮ ਵੀ ਕਹਿ ਦਿੰਦੇ ਉਹਨੂੰ, ਪਰ ਉਹ ਕੋਈ ਇੱਕ ਸ਼ਬਦ ਨਹੀਂ ਹੈ, ਉਹ ਤਾਂ ਮਿਲਾ ਕੇ ਬਾਤ ਬਣਾਈ ਹੋਈ ਹੈ। ਤੋ ਜਿਹੜਾ ਬੁੱਝਣਾ ਹੈ, ਬੁੱਝਣ ਤੋਂ ਬਿਨਾਂ ਕੋਈ ਵੀ ਚੀਜ਼ ਪਵਿੱਤਰ ਨਹੀਂ ਹੈ। ਜਿੰਨਾ ਵੀ ਆਪਾਂ ਕਰਮ ਧਰਮ ਕਰਦੇ ਹਾਂ, ਉਹ ਪਵਿੱਤਰ ਹੋ ਸਕਦਾ ਜੇ ਉਹਨੂੰ ਬੁੱਝ ਲਿਆ ਜਾਵੇ। ਜੇ ਨਹੀਂ ਬੁੱਝਦੇ, ਫਿਰ ਉਹ ਏਕੇ 'ਚ ਨਹੀਂ ਆਉਂਦਾ ਅਤੇ ਉਹ ਵਿਅਰਥ ਚਲੇ ਜਾਂਦਾ। ਪਾਖੰਡ ਦੱਸਦੀ ਹੈ ਫਿਰ ਗੁਰਬਾਣੀ, ਗੁਰਦਾਨ ਦੀ ਹੈ ਉਹਨੂੰ। ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਗਾਤੀ ਲੂਟੈ। ਅਗਰ ਉਹੀ ਕਰਮ ਧਰਮ ਬੁੱਝ ਲਿਆ ਜਾਵੇ, ਇੱਕ ਦੇ ਨਿਮਿੱਤ ਹੋ ਜਾਏ, ਉਹਦੀ ਭਾਵਨਾ ਦੇਖੀ ਜਾਵੇ, ਫਿਰ ਉਹ ਵੀ ਪਵਿੱਤਰ ਬਣ ਜਾਂਦਾ ਹੈ। ਤੋ ਸਾਧ ਸੰਗਤ ਜੀ, ਉਹ ਗੁਰਬਾਣੀ ਬੁੱਝਣ 'ਤੇ ਖੜੀ ਹੈ। ਦਾਸਰੇ ਨੇ ਪਹਿਲਾਂ ਵੀ ਇੱਕ ਦਿਨ ਵਿਚਾਰ ਸਾਂਝੀ ਕਰੀ ਸੀ ਸੰਗਤ ਨਾਲ, ਵੀ ਜਿਹੜੀ ਗੁਰੂ ਭੇਂਟ ਹੈ ਉਹ ਬਫਰ ਸਟੇਟ ਹੈ ਮਨ ਦੇ ਵਿੱਚ। ਗੁਰੂ ਭੇਂਟ ਤੋਂ ਪਹਿਲਾਂ ਪਹਿਲਾਂ ਜੋ ਵੀ ਬੰਦਾ ਕਰਦਾ ਹੈ, ਚਾਹੇ ਰੱਬ ਦਾ ਨਾਮ ਲੈਂਦਾ ਹੈ, ਚਾਹੇ ਸ਼ਾਸਤਰਾਂ ਨੂੰ ਪੜ੍ਹਦਾ ਪੜ੍ਹਾਉਂਦਾ ਹੈ, ਚਾਹੇ ਸੇਵਾ ਬਾਹਰ 'ਤੇ ਕਰਦਾ, ਚਾਹੇ ਕੁਛ ਵੀ ਕਰਦਾ ਉਹ, ਚਾਹੇ ਤੀਰਥ ਕਰਦਾ, ਉਹ ਤ੍ਰੈਗੁਣੀ ਹੈ। ਗੁਰੂ ਭੇਂਟ ਜਦੋਂ ਹੋ ਗਈ, ਉਸ ਤੋਂ ਬਾਅਦ ਜਿਹੜਾ ਆਲਮ ਬਣਨਾ ਹੈ, ਜਿਹੜਾ ਮਹਿਲ ਅੰਦਰ ਉਸਰਨਾ ਹੈ ਨਾਮ ਵਾਲਾ, ਜਿਹਦੇ ਵਿੱਚ ਸਭ ਤੋਂ ਪਹਿਲਾਂ ਹਉਮੈ ਦਾ ਨਾਸ਼, ਫਿਰ ਨਿਰਮਲ ਭਉ ਦਾ ਪੈਣਾ, ਫਿਰ ਵਿਵੇਕ ਦਾ ਉਪਜਣਾ, ਫਿਰ ਵਿਰਾਗ ਆਉਣਾ, ਫਿਰ ਸੇਵਾ ਦਾ ਅਸਲੀ ਕਨਸੈਪਟ ਹੈ ਜਿਹੜਾ ਉਹਦਾ ਪਤਾ ਲੱਗਣਾ, ਅਤੇ ਸਿਮਰਨ ਦਾ ਚੱਲਣਾ। ਇਹ ਫਿਰ ਬਾਅਦ ਦੇ ਜਿਹੜਾ ਨਾਮ ਦਾ, ਰੂਹਾਨੀਅਤ ਦਾ, ਨੂਰਾਨੀਅਤ ਦਾ ਮਹਿਲ ਹੈ, ਉਹਦੇ ਵਿੱਚ ਆਉਂਦੀਆਂ ਚੀਜ਼ਾਂ ਫਿਰ। ਪਰ ਸਾਡੀ ਵਿਡੰਬਣਾ ਇਹ ਹੈ ਵੀ ਅਸੀਂ ਚੌਥੇ ਪਦ ਦੀਆਂ ਜਿਹੜੀਆਂ ਵਸਤਾਂ ਹੈ, ਚੌਥੇ ਪਦ ਦੀਆਂ ਜਿਹੜੀਆਂ ਅਵਸਥਾਵਾਂ ਹੈ, ਉਹਨੂੰ ਆਪਣੇ ਨਾਲ ਜੋੜ ਲਿਆ ਹੋਇਆ। ਜਿਵੇਂ ਸੇਵਾ ਹੈ, ਸੇਵਾ ਗੁਰੂ ਦੀ ਕਰਨੀ ਹੈ, ਸੰਗਤ ਦੀ ਕਰਨੀ ਹੈ। ਕਰਨੀ ਹੈ ਮੈਂ ਨੂੰ ਖੋ ਕੇ, ਜਾਂ ਮੈਂ ਖੋਣ ਖਾਤਰ ਕਰਨੀ ਹੈ। ਅਸੀਂ ਮੈਂ ਵਧਾਉਣ ਖਾਤਰ ਵੀ ਕਰਦੇ ਹਾਂ, ਹੋ ਰਿਹਾ ਜਗਤ ਵਿੱਚ। ਉੱਪਰੋਂ ਉੱਪਰੋਂ ਕਹਿੰਦੇ ਅਸੀਂ ਸੇਵਾ ਕਰਦੇ ਹਾਂ, ਪਰ ਅੰਦਰ ਗੱਲ ਹੋਰ ਹੁੰਦੀ ਹੈ, ਭਾਵਨਾ ਨੇਕ ਨਹੀਂ ਹੁੰਦੀ। ਇਸ ਕਰਕੇ ਸਾਧ ਸੰਗਤ ਜੀਓ, ਇਹ ਜਿਹੜੀਆਂ ਜਿਵੇਂ ਹੁਣ ਪ੍ਰੇਮ ਹੈ, ਇਹ ਵੀ ਗੁਰੂ ਭੇਂਟਾਂ ਤੋਂ ਬਾਅਦ ਵਿੱਚ ਗੁਰੂ ਪ੍ਰਦਾਨ ਕਰਦਾ ਸਾਨੂੰ, ਗੁਰੂ ਬਖਸ਼ਿਸ਼ ਕਰਦਾ। ਅਸੀਂ ਨਹੀਂ ਪ੍ਰੇਮ ਕਰ ਸਕਦੇ। ਕਹਿ ਦਿੰਦੇ ਹਾਂ ਆਪਾਂ ਮੇਰਾ ਬੜਾ ਪ੍ਰੇਮ ਹੈ ਤੁਹਾਡੇ ਨਾਲ, ਉਹ ਆਸਕਤੀ ਹੁੰਦੀ ਹੈ, ਪ੍ਰੇਮ ਨਹੀਂ ਹੁੰਦਾ ਅਸਲ 'ਚ। ਪ੍ਰੇਮ ਤਾਂ ਗੁਰਬਾਣੀ 'ਚ ਫਰਮਾਨ ਹੈ, ਬਿਨ ਗੁਰ ਪ੍ਰੇਮ ਨਾ ਲੱਭਈ, ਜਨ ਦੇਖੋ ਮਨ ਨਿਰਜਾਸ। ਆਪਣੇ ਮਨ ਨਾਲ ਫੈਸਲਾ ਕਰੋ ਜਨੋ, ਗੁਰੂ ਬਿਨਾਂ ਪ੍ਰੇਮ ਨਹੀਂ ਮਿਲਦਾ ਕਿਸੇ ਨੂੰ ਵੀ। ਆਸਕਤੀਆਂ ਜਾਂ ਹੋਰ ਜਿਹੜੇ ਬਾਹਰਲਾ ਬਾਹਰਲਾ ਉੱਪਰਲਾ ਉੱਪਰਲਾ ਪ੍ਰੇਮ ਹੈ, ਉਹ ਹੋ ਸਕਦਾ ਹੈ, ਉਹ ਸੰਸਾਰ ਕਰਦਾ ਹੈ। ਪਰ ਜਿਹੜਾ ਅਸਲੀ ਪ੍ਰੇਮ ਹੈ, ਜਿਹਦੇ 'ਚ ਸਭ ਕੁਛ ਦੇਣਾ ਹੀ ਦੇਣਾ ਹੁੰਦਾ, ਲੈਣੇ ਦੀ ਭਾਵਨਾ ਹੁੰਦੀ ਉਹ ਨਹੀਂ, ਉਹ ਤਾਂ ਗੁਰੂ ਬਿਨਾਂ ਨਹੀਂ ਮਿਲਦਾ। ਉੱਥੇ ਤਾਂ ਫਿਰ ਜੇ ਪਰਮਾਤਮਾ ਨੇ ਸੀਸ ਦੀ ਮੰਗ ਕਰ ਲਈ ਤਾਂ ਸੀਸ ਦੇਣਾ ਹੈ। ਫਿਰ ਕੋਈ ਉਜਰ ਨਹੀਂ ਹੈ ਵੀ ਮੈਨੂੰ ਬਚਾ ਲੈ ਜਾਂ ਮੈਨੂੰ ਰੱਖ ਲੈ। ਜੇ ਉਹ ਤਵੀ 'ਤੇ ਬਿਠਾਉਣ ਦਾ ਹੁਕਮ ਕਰਦਾ ਤਾਂ ਬੈਠਣਾ ਹੈ, ਉਹ ਹੈ ਪ੍ਰੇਮ। ਤੋ ਅਸੀਂ ਦੁਨੀਆ ਨਾਲ ਜੋੜ ਲਿਆ ਪ੍ਰੇਮ ਨੂੰ। ਤੋ ਸਾਧ ਸੰਗਤ ਜੀਓ, ਇਹ ਜਿਹੜੀਆਂ ਬਾਤਾਂ, ਪਰਮਾਤਮਾ ਦਾ ਨਾਂ ਅਤੇ ਨਾਮ ਦਾ ਪੈਦਾ ਹੋਣਾ ਗੁਰੂ ਭੇਂਟ ਤੋਂ ਬਾਅਦ,
ਇਹ ਬਹੁਤ ਇੱਕ ਖਾਸ ਨਿਵੇਕਲਾ ਕਨਸੈਪਟ ਹੈ ਗੁਰੂ ਜਨਾਂ ਦਾ, ਭਗਤ ਜਨਾਂ ਦਾ। ਦੇਖਿਓ ਹੁਣ ਆਪਾਂ ਜ਼ਮੀਰ ਨੂੰ ਬੜਾ ਸਮਝਦੇ ਹਾਂ। ਨੈਲਸਨ ਮੰਡੇਲਾ, ਮਹਾਤਮਾ ਗਾਂਧੀ, ਸਰਦਾਰ ਭਗਤ ਸਿੰਘ ਸ਼ਹੀਦ, ਅਜਿਹੇ ਲੋਕਾਂ ਨੂੰ ਆਪਾਂ ਕਾਫੀ ਵੱਡਾ ਕਰਦੇ ਹਾਂ। ਚਲੋ ਆਮ ਲੋਕਾਂ ਨਾਲੋਂ ਵੱਡੇ ਹੈ ਵੀ ਸਹੀ ਉਹ, ਕਿਉਂਕਿ ਉਹ ਜ਼ਮੀਰ ਨਾਲ ਚੱਲਦੇ ਸੀ ਆਪਣੀ ਨਾਲ। ਹੁਣ ਜਿਹੜੀ ਜ਼ਮੀਰ ਹੈ ਰੂਹਾਨੀਅਤ ਦੇ ਵਿੱਚ ਇਹ ਠੀਕ ਨਹੀਂ ਹੈ। ਠੀਕ ਇਸ ਕਰਕੇ ਵੀ ਰੂਹਾਨੀਅਤ ਦੇ ਵਿੱਚ ਜਿਹੜੀ ਜ਼ਮੀਰ ਹੈ ਉਹ ਗੁਰੂ ਨੂੰ ਪ੍ਰਾਇਣ ਕਰਨੀ ਪੈਂਦੀ ਹੈ। ਉਹ ਵੀ ਇੱਕ ਹਉਮੈ ਦਾ ਰੂਪ ਹੁੰਦਾ, ਕਿਉਂਕਿ ਜ਼ਮੀਰ ਆਪਾਂ ਨੂੰ ਪਰਿਵਾਰ 'ਚੋਂ ਮਿਲਦੀ ਹੈ, ਮਾਂ ਬਾਪ ਤੋਂ ਜਾਂ ਸਮਾਜ ਤੋਂ ਮਿਲਦੀ ਹੈ। ਆਪਣਾ ਬਣਾਇਆ ਵਾ ਇੱਕ ਨੋਸ਼ਨ ਹੁੰਦਾ, ਉਹ ਮੈਂ ਦਾ ਹੀ ਰੂਪ ਹੈ ਸੂਖਸ਼ਮ, ਉਹਨੂੰ ਛੱਡ ਕੇ ਗੁਰੂ ਪ੍ਰਾਇਣ ਹੋਣਾ ਪੈਂਦਾ। ਇਹ ਜਿਹੜੀ ਜ਼ਮੀਰ ਹੈ ਇਹਨੂੰ ਛੱਡਣਾ ਪੈਂਦਾ ਆਪਣੀ ਨੂੰ। ਲੋਕਾਂ ਦੇ ਵਿੱਚ ਦੁਨੀਆਦਾਰੀ 'ਚ ਜ਼ਮੀਰ ਰੱਖਣੀ ਹੈ, ਪਰ ਰੂਹਾਨੀਅਤ ਦੇ ਵਿੱਚ ਗੁਰੂ ਦੇ ਅੱਗੇ ਜ਼ਮੀਰ ਨੂੰ ਛੱਡਣਾ ਪੈਂਦਾ। ਕਿਵੇਂ? ਮੈਦਾਨੇ ਚਮਕੌਰ ਦੇ ਵਿੱਚ ਗੁਰੂ ਸਾਹਿਬ ਦਾ ਪੂਰਾ ਮਨ ਬਣ ਚੁੱਕਿਆ ਸੀ ਵੀ ਮੈਦਾਨੇ ਜੰਗ 'ਚ ਜਾਣਾ। ਮੁੱਛਾਂ ਨੂੰ ਤਾਓ ਆ ਗਿਆ ਸੀ, ਡੌਲੇ ਫਰਕ ਪਏ ਸੀਗੇ, ਪੂਰਾ ਮਨ ਬਣ ਗਿਆ। ਲੇਕਿਨ ਖਾਲਸੇ ਨੂੰ ਚਿੰਤਾ ਹੋਈ, ਖਾਲਸੇ ਨੇ ਰੋਕਿਆ। ਪਹਿਲਾਂ ਬੇਨਤੀ ਕਰੀ, ਬੇਨਤੀ ਤੋਂ ਵੀ ਗੁਰੂ ਸਾਹਿਬ ਨਾ ਮੰਨੇ, ਕਿਉਂਕਿ ਮਰਦ ਜਿਹੜਾ ਉਹ ਜੰਗ ਤੋਂ ਡਰਦਾ ਨਹੀਂ ਹੁੰਦਾ, ਕਦੇ ਵੀ ਚਾਅ ਚੜ੍ਹਦਾ ਉਹਨੂੰ। ਪਰ ਜਦੋਂ ਖਾਲਸੇ ਨੇ ਹੁਕਮ ਕਰ ਦਿੱਤਾ ਪੰਜਾਂ ਦੇ ਰੂਪ 'ਚ, ਜਿਹੜੇ ਬਚੇ ਹੋਏ ਸੀ ਪੰਜ ਉੱਥੇ, ਤਾਂ ਗੁਰੂ ਸਾਹਿਬ ਨੇ ਸਿਰ ਝੁਕਾਤਾ ਗੁਰੂ ਖਾਲਸੇ ਨੂੰ। ਇਹ ਹੈ ਗੁਰੂ ਪ੍ਰਾਇਣ ਹੋਣ ਦਾ ਮਕਸਦ। ਜੇ ਉੱਥੇ ਉਹ ਆਪਣੀ ਮਰਜ਼ੀ ਕਰਦੇ, ਜ਼ਮੀਰ ਕਰਦੇ, ਉਹ ਫਿਰ ਰੂਹਾਨੀਅਤ ਵਾਲੀ ਗੱਲ ਨਹੀਂ ਰਹਿ ਜਾਂਦੀ ਉੱਥੇ। ਰੂਹਾਨੀਅਤ ਮੰਗ ਕਰਦੀ ਹੈ ਇਸ ਗੱਲ ਦੀ ਵੀ ਜ਼ਮੀਰ ਨੂੰ ਗੁਰੂ ਪ੍ਰਾਇਣ ਕਰ ਦਿਓ, ਆਪਣੀ ਮੈਂ ਨੂੰ ਬਿਲਕੁਲ ਟੋਟਲੀ ਸਰੈਂਡਰ ਕਰ ਦਿਓ। ਹਾਲਾਂਕਿ ਸਮਾਜ ਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਜਿਹੜੇ ਜ਼ਮੀਰ ਵਾਲੇ ਹੁੰਦੇ ਆ ਉਹ ਬੇਜ਼ਮੀਰਿਆਂ ਨਾਲੋਂ ਬਹੁਤ ਉੱਚੇ ਹੁੰਦੇ ਆ। ਬੇਜ਼ਮੀਰੇ ਨੇ ਇੱਥੇ ਗੱਲ ਕਹਿ ਦੇਣੀ, ਉੱਥੇ ਜਾ ਕੇ ਮੁੱਕਰ ਜਾਣਾ ਜਾਂ ਡੰਡਾ ਦੇਖਣਾ ਸਾਹਮਣੇ ਤੋਂ। ਜ਼ਮੀਰ ਵਾਲਾ ਇੱਕ ਨਹੀਂ ਕਰਦਾ, ਉਹ ਅੱਛਾ ਹੁੰਦਾ ਹੈ। ਪਰ ਜਿਹੜੀ ਸਭ ਤੋਂ ਉੱਚੀ ਗੱਲ ਹੈ ਨੂਰਾਨੀਅਤ ਦੀ, ਵਨਨੈਸ ਵਿੱਚ ਆਉਂਦੀ ਹੈ ਜਿਹੜੀ, ਉਹ ਜ਼ਮੀਰ ਨੂੰ ਗੁਰੂ ਪ੍ਰਾਇਣ ਕਰਨਾ ਪੈਂਦਾ ਹੈ, ਫਿਰ ਉਹ ਬਣਦੀ, ਅਦਰਵਾਈਜ਼ ਬਣਦੀ ਉਹ ਨਹੀਂ ਹੈ। ਤੋ ਇਹ ਬਰੀਕ ਨੁਕਤੇ ਹੈ ਸਾਧ ਸੰਗਤ ਜੀਓ। ਔਰ ਜਿਹੜਾ ਨਾਮ ਲੈਣ ਵਾਲਾ ਬੰਦਾ ਹੁੰਦਾ, ਕੇਵਲ ਰੱਬ ਦਾ ਨਾਮ ਲੈਣ ਵਾਲਾ, ਉਹ ਜਾਂ ਤਾਂ ਅੰਧ ਵਿਸ਼ਵਾਸੀ ਹੁੰਦਾ ਹੈ ਜਾਂ ਚੁੰਚ ਗਿਆਨੀ ਹੁੰਦਾ ਹੈ। ਜਿਹੜੇ ਦੇ ਅੰਦਰ ਨਾਮ ਪ੍ਰਗਟ ਹੋ ਗਿਆ ਉਹ ਵਿਵੇਕੀ ਹੋਊਗਾ, ਅਤੇ ਉਹਦਾ ਜਿਹੜਾ ਕਰਮ ਧਰਮ ਹੈ ਉਹ ਨਿਰਮਲ ਹੋਊਗਾ। ਇਹਨਾਂ ਗੱਲਾਂ 'ਚ ਬਹੁਤ ਅੰਤਰ ਹੈ। ਜਿਹੜਾ ਕੇਵਲ ਰੱਬ ਦਾ ਨਾਮ ਲੈਂਦਾ ਉਹ ਤੀਰਥਾਂ 'ਤੇ ਭ੍ਰਮਣ ਕਰਦਾ ਹੈ, ਦੁਨੀਆਦਾਰੀ ਦਾ ਭ੍ਰਮਣ ਕਰਦਾ ਦੁਨੀਆਦਾਰੀ 'ਚ। ਨਾਮ ਵਾਲਾ ਆਪਣੇ ਅੰਦਰ ਨੂੰ ਤੀਰਥ ਸਮਝਦਾ ਹੈ, ਕਿਉਂਕਿ ਇਹ ਮਨ ਕਾਸ਼ੀ ਸਭ ਤੀਰਥ ਸਿਮਰਤ ਸਤਿਗੁਰ ਦੀਆ ਬੁਝਾਏ। ਸਤਿਗੁਰੂ ਸੋਝੀ ਦੇ ਦਿੰਦਾ ਵੀ ਤੇਰਾ ਮਨ ਇਹ ਤੀਰਥ ਹੈ ਭਾਈ, ਤੀਰਥ ਹਮਰਾ ਹਰ ਕੋ ਨਾਮ। ਤੋ ਸਾਧ ਸੰਗਤ ਜੀਓ, ਜਿਹੜਾ ਨਾਮ ਰੱਬ ਦੇ ਨੂੰ ਕੇਵਲ ਬਾਹਰ ਤੋਂ ਜਪਦਾ ਹੈ, ਉਹ ਕੇਵਲ ਇੱਕ ਨਾਮ ਨਾਲ ਜੁੜਦਾ ਰੱਬ ਦੇ ਨਾਲ। ਮੁਸਲਮਾਨ ਭਰਾ ਅੱਲਾ ਕਹਿੰਦਾ, ਹਿੰਦੂ ਕ੍ਰਿਸ਼ਨ ਜਾਂ ਰਾਮ ਕਹਿੰਦਾ, ਸਿੱਖ ਵਾਹਿਗੁਰੂ ਕਹਿੰਦਾ। ਇਹ ਤਾਂ ਹੈਗਾ ਚੱਲਣ ਧਾਰਮਿਕ ਤੌਰ 'ਤੇ, ਲੇਕਿਨ ਜਿਹੜਾ ਰੱਬ ਦਾ ਬੰਦਾ ਹੈ ਜਿਹਦੇ ਅੰਦਰ ਨਾਮ ਪ੍ਰਗਟ ਹੋ ਗਿਆ, ਉਹਦੇ ਵਾਸਤੇ ਸਾਰੇ ਨਾਮ ਮੁਬਾਰਕ ਹੈ। ਔਰ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰੱਬ ਦਾ ਕੋਈ ਇੱਕ ਨਾਂ ਨਹੀਂ ਮੰਨਿਆ ਗਿਆ, ਸਾਰੇ ਹੀ ਨਾਂ ਉਸੇ ਦੇ। ਜਿੱਥੇ ਵਾਹਿਗੁਰੂ ਵੀ ਕਿਹਾ ਗਿਆ, ਉਹ ਵੀ ਗੁਰੂ ਦੀ ਵਡਿਆਈ 'ਚ ਕਿਹਾ ਗਿਆ। ਤੋ ਵਾਹਿਗੁਰੂ, ਗੁਰੂ ਦੀ ਵਡਿਆਈ ਕਰੀ ਹੋਈ ਹੈ, ਉਹ ਵੀ ਇੱਕ ਫਿਰ ਕਿਰਤਮ ਨਾਮ ਬਣ ਗਿਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਕਰਕੇ ਸਾਧ ਸੰਗਤ ਜੀ, ਉਹ ਰੱਬ ਦੇ ਨਾਮ ਵਾਲਾ ਬੰਦਾ ਜਿਹਦੇ ਅੰਦਰ ਪ੍ਰਗਟ ਨਾਮ ਹੋ ਗਿਆ, ਉਹਦੇ ਵਾਸਤੇ ਸਾਰੇ ਹੀ ਨਾਮ ਪਵਿੱਤਰ ਹੁੰਦੇ। ਤੋ ਜਿਹੜਾ ਰੱਬ ਦਾ ਇਕੱਲੇ ਨਾਂ ਲੈਣੇ ਵਾਲਾ ਬੰਦਾ, ਉਹ ਸਾਰੀ ਦੁਨੀਆ ਹੀ ਹੈ ਲਗਭਗ, ਥੋੜ੍ਹਿਆਂ ਜਿਹਾ ਨੂੰ ਛੱਡ ਕੇ ਅਰਬਾਂ 'ਚ ਹੈ, ਪਰ ਨਾਮ ਵਾਲੇ ਤਾਂ ਬਹੁਤ ਘੱਟ ਹੁੰਦੇ, ਗਿਣੇ ਉਂਗਲੀਆਂ ਪਰ ਗਿਣੇ ਜਾ ਸਕਦੇ। ਰੱਬ ਦਾ ਨਾਮ ਲੈਣਾ ਆਪਣੀ ਕੋਸ਼ਿਸ਼ ਹੈ, ਇਹ ਸਮਾਜ ਤੋਂ ਮਿਲਦਾ ਹੈ, ਘਰਦਿਆਂ ਤੋਂ ਮਿਲਦਾ ਹੈ। ਪਰ ਨਾਮ ਜਿਹੜਾ ਅੰਦਰ ਪ੍ਰਗਟ ਹੁੰਦਾ ਉਹ ਗੁਰੂ ਬਖਸ਼ਿਸ਼ ਹੈ, ਉਹ ਆਪਣੀ ਹਿੰਮਤ ਨਾਲ ਨਹੀਂ ਮਿਲਦਾ। ਵਿਚਾਰਕ ਓਸ਼ੋ ਵਰਗੇ ਆਪਣੇ ਵੱਲੋਂ ਸ਼ੁਰੂ ਕਰਦੇ ਆ ਨਾਮ ਨੂੰ, ਇਸ ਤਰ੍ਹਾਂ ਦੀ ਗੱਲ ਹੈ ਹੀ ਨਹੀਂ ਹੈ। ਨਾਮ ਆਪਣੇ ਵੱਸ ਦੀ ਗੱਲ ਹੀ ਨਹੀਂ ਹੈ, ਇਹ ਪਰਮਾਤਮਾ ਵੱਲੋਂ ਪਹਿਲਾਂ ਗੁਰੂ ਨੂੰ ਮਿਲਾਇਆ ਜਾਂਦਾ, ਫਿਰ ਗੁਰੂ ਨਾਮ ਪ੍ਰਦਾਨ ਕਰਦਾ ਹੈ। ਜੇਕਰ ਆਉਂਦਾ ਪਵਿੱਤਰ ਗੁਰਬਾਣੀ 'ਚ, ਬਿਨ ਸਤਿਗੁਰ ਕੋ ਨਾਉ ਨਾ ਪਾਏ ਪ੍ਰਭ ਐਸੀ ਬੰਤ ਬਣਾਈ ਹੈ। ਸਤਿਗੁਰੂ ਤੋਂ ਬਿਨਾਂ ਨਾਮ ਨਹੀਂ ਮਿਲਦਾ, ਪਰਮਾਤਮਾ ਨੇ ਬੰਤ ਹੀ ਐਸੀ ਬਣਾਈ ਹੋਈ ਹੈ।
ਔਰ ਗੁਰਬਾਣੀ 'ਚ ਇਹ ਵੀ ਪਵਿੱਤਰ ਵਚਨ ਹੈ, ਬਿਨ ਸ਼ਬਦ ਹੈ ਨਾਮ ਨਾ ਪਾਏ ਕੋਈ, ਗੁਰ ਕਿਰਪਾ ਮਨ ਵਸਾਵਣੇ। ਵੀ ਸ਼ਬਦ ਤੋਂ ਬਿਨਾਂ ਨਾਮ ਨਹੀਂ ਮਿਲਦਾ। ਹੁਣ ਦੇਖੋ, ਬੁੱਧੀ ਨੇ ਟਪਲਾ ਖਾਣਾ ਹੈ, ਕੋਈ ਕਿਸੇ ਨੇ ਜ਼ੋਰ ਦੇਈ ਜਾਣਾ ਵੀ ਦੇਖੋ ਜੀ ਗੁਰਬਾਣੀ ਕਹਿੰਦੀ ਸਤਿਗੁਰੂ ਬਿਨਾਂ ਨਾਮ ਨਹੀਂ ਮਿਲਦਾ, ਦੂਜੇ ਨੇ ਕਹਿਣਾ ਸ਼ਬਦ ਤੋਂ ਬਿਨਾਂ ਨਾਮ ਨਹੀਂ ਮਿਲਦਾ। ਹੈ ਦੋਨੋਂ ਗੁਰਬਾਣੀ 'ਤੇ ਚੱਲਣੇ ਵਾਲੇ। ਇਹ ਹੈ ਬੁੱਝਣਾ। ਹੁਣ ਇਹਨਾਂ ਵਿੱਚੋਂ ਦੇਖੋ ਵੀ ਕਿਵੇਂ ਜੋ ਸਮਝ ਆ ਰਹੀ ਹੈ। ਸਤਿਗੁਰੂ ਨਾਮ ਬਖਸ਼ ਸਕਦਾ ਹੈ, ਕਿਵੇਂ? ਉਹ ਸ਼ਬਦ ਦੇ ਦੂਗਾ ਅੱਗੇ ਵੀ ਇਹ ਸ਼ਬਦ ਦੇ ਨਾਲ ਜੁੜ ਜਾ ਭਾਈ, ਇਸ ਤਰ੍ਹਾਂ ਚੱਲਿਆ ਕਰ। ਅਤੇ ਸਤਿਗੁਰਾਂ ਨੇ ਫਿਰ ਇਸ ਸਾਰੇ ਵਰਤਾਰੇ ਨੂੰ ਗੁਰਬਾਣੀ ਦੇ ਰੂਪ ਵਿੱਚ ਹੀ ਰੱਖ ਦਿੱਤਾ ਵੀ ਗੁਰਬਾਣੀ ਹੀ ਗੁਰੂ ਹੈ, ਸ਼ਬਦ ਹੀ ਗੁਰੂ ਹੈ। ਸਰੀਰ ਦਾ ਕਨਸੈਪਟ ਹੀ ਖਤਮ ਕਰ ਦਿੱਤਾ, ਕਿਉਂਕਿ ਸਰੀਰਕ ਗੁਰੂ ਨੇ ਵੀ ਸ਼ਬਦ ਦੇ ਕੇ ਹੀ ਕਲਿਆਣ ਕਰਨਾ ਹੈ। ਤੋ ਇਹ ਦੋਨੋਂ ਜਿਹੜੀਆਂ ਬਾਤਾਂ ਹੈ, ਬਿਨ ਸਤਿਗੁਰ ਕੋ ਨਾਉ ਨਾ ਪਾਏ ਜਾਂ ਬਿਨ ਸ਼ਬਦ ਹੈ ਨਾਮ ਨਾ ਪਾਏ ਕੋਈ, ਇਹ ਦੋਹੇ ਇੱਕੋ ਚੀਜ਼ਾਂ ਦੋ ਨਹੀਂ ਹੈ ਅਸਲ 'ਚ। ਸਰੀਰ ਵਾਲੇ ਨੇ ਵੀ ਸ਼ਬਦ ਦੇਣਾ ਹੁੰਦਾ ਗੁਰੂ ਨੇ, ਅਤੇ ਜਿਹੜਾ ਪਹਿਲਾਂ ਹੀ ਸ਼ਬਦ ਗੁਰੂ ਹੈ ਉਹਨੇ ਦੋਹੇ ਕੰਮ ਕਰਨੇ। ਬੰਦੇ ਨੂੰ ਮਾਰਨਾ ਵੀ ਹੈ, ਹਉਮੈ ਵੀ ਤੋੜਨੀ ਹੈ, ਅਤੇ ਅੰਦਰ ਨਾਮ ਵੀ ਚਲਾਉਣਾ। ਸਤਿਗੁਰੂ ਨੇ ਜਾਂ ਸਰੀਰ 'ਚ ਹੁੰਦਾ ਸਤਿਗੁਰੂ, ਉਹਨੇ ਵੀ ਉਹੀ ਕੰਮ ਕਰਨਾ ਹੁੰਦਾ ਸ਼ਬਦ ਦੇ ਕੇ। ਅਤੇ ਜੇ ਪਹਿਲਾਂ ਹੀ ਸ਼ਬਦ ਨੂੰ ਗੁਰੂ ਦੀ ਵਡਿਆਈ ਦੇ ਦਿੱਤੀ ਹੈ ਕਹਿ ਕੇ ਵੀ ਸ਼ਬਦ ਗੁਰੂ ਹੈ ਭਾਈ, ਅੱਜ ਤੋਂ ਬਾਅਦ ਸਾਰੇ ਸਿੱਖ ਜਗਤ ਵਿੱਚ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਪਾਤਸ਼ਾਹ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਦਾ ਹੱਕ ਹੋਕਾ ਦਿੱਤਾ, ਫਿਰ ਸਾਰਿਆਂ ਪਾਤਸ਼ਾਹਾਂ ਨੇ ਉਸੇ ਉੱਤੇ ਅਮਲ ਕਰਿਆ, ਔਰ ਭਗਤਾਂ ਨੇ ਵੀ ਇਹੀ ਬਾਤ ਕਹੀ ਵੀ ਸ਼ਬਦ ਹੀ ਗੁਰੂ ਹੈ। ਤੋ ਸਾਧ ਸੰਗਤ ਜੀ, ਵਿਚਾਰ ਨੂੰ ਦਈਏ ਵਿਰਾਮ। ਇਹ ਵਿਚਾਰਾਂ ਜਿਹਦੇ ਵਿੱਚ ਕੁਛ ਇਸ ਤਰ੍ਹਾਂ ਹੈ ਵੀ ਜੋ ਗੁਰੂ ਤੋਂ ਸਮਝ ਆਇਆ, ਗੁਰਬਾਣੀ ਤੋਂ ਸਮਝ ਆਈ ਹੈ ਜਾਂ ਸੰਗਤ ਵਿੱਚੋਂ ਸਮਝ ਆਈ ਹੈ, ਉਹ ਆਪ ਜੀ ਨਾਲ ਸਾਂਝੀ ਕਰੀਏ। ਦੇਖੋ ਹੁਣ ਹਰ ਇੱਕ ਬੰਦੇ ਦਾ ਅਭਿਆਸ ਆਪਣਾ ਆਪਣਾ ਹੋ ਸਕਦਾ ਹੈ, ਹਰ ਇੱਕ ਦਾ ਐਕਸਪੀਰੀਅੰਸ ਆਪਣਾ ਆਪਣਾ ਹੋ ਸਕਦਾ ਹੈ। ਤੋ ਆਪਣਾ ਕੋਈ ਹੋਰ ਕਿਸੇ ਤਰੀਕੇ ਨਾਲ ਕਿਸੇ ਨੂੰ ਹੁੰਦਾ ਹੈ, ਉਹਦੇ ਬਾਰੇ ਦੱਸਦਾ ਕੁਛ ਨਹੀਂ ਕਹਿੰਦਾ, ਆਪਣਾ ਐਕਸਪੀਰੀਅੰਸ ਸਾਂਝਾ ਕਰਿਆ, ਆਪਣਾ ਜੋ ਗਿਆਨ ਗੁਰੂ ਵੱਲੋਂ ਮਿਲਿਆ ਉਹ ਸਾਂਝਾ ਕਰਿਆ। ਭਾਵੇਂ ਕਿ ਦੂਜਿਆਂ ਨੂੰ ਵੀ ਗੁਰੂ ਵੱਲੋਂ ਹੀ ਮਿਲਦਾ ਹੈ, ਇਹਦੇ 'ਚ ਵੀ ਕੋਈ ਡਾਊਟ ਨਹੀਂ ਹੈ, ਪਰ ਸਭ ਦਾ ਅਲੱਗ ਅਲੱਗ ਹੁੰਦਾ ਹੈ। ਇਸ ਕਰਕੇ ਹੁਣ ਸਾਰੇ ਧਰਮਾਂ ਵਾਲੇ ਆਪਣੇ ਆਪਣੇ ਧਰਮ ਨੂੰ ਪਵਿੱਤਰ ਸਮਝਦੇ, ਪਰ ਗੁਰਬਾਣੀ ਦਾ ਕਿਆ ਫਰਮਾਨ ਹੈ ਵੀ ਗੁਰੂ ਕੋਈ ਹੈ ਹੀ ਨਹੀਂ ਸੀ ਉਹਨਾਂ 'ਚ ਪਹਿਲਿਆਂ 'ਚ। ਜਿੰਨਾ ਚਿਰ ਗੁਰੂ ਨਹੀਂ ਮਿਲਦਾ ਕਿਸੇ ਨੂੰ ਵੀ, ਹਾਂ ਉਹਨਾਂ 'ਚ ਇਹ ਹੈ ਵੀ ਜਿਹਨੇ ਪਰਮਾਤਮਾ ਗੁਰੂ ਦੇ ਰੂਪ 'ਚ ਕਿਸੇ ਨੂੰ ਨਾਮ ਦੇ ਤਾ ਉਹ ਠੀਕ ਹੈ, ਲੇਕਿਨ ਅਦਰਵਾਈਜ਼ ਜਿਹੜੇ ਸਰੀਰ ਵਿੱਚ ਆਏ ਹੈ, ਕੋਈ ਵੀ ਪੀਰ ਪੈਗੰਬਰ, ਕੋਈ ਭਗਤ ਹੋਰਨਾਂ ਧਰਮਾਂ 'ਚ ਵੀ, ਉਹਨਾਂ ਵਿੱਚ ਜੇ ਤਾਂ ਪਰਮਾਤਮਾ ਗੁਰੂ ਨੇ ਨਾਮ ਦੇ ਦਿੱਤਾ, ਜਿਵੇਂ ਕਬੀਰ ਜੀ ਨੂੰ, ਬਾਬਾ ਰਵਿਦਾਸ ਜੀ ਨੂੰ, ਭਗਤ ਨਾਮਦੇਵ ਜੀ ਨੂੰ ਦੇ ਦਿੱਤਾ, ਉਹ ਪਵਿੱਤਰ ਹੈ, ਮੁਬਾਰਕ ਹੈ। ਲੇਕਿਨ ਕਈਆਂ ਕੋਲ ਬਿਲਕੁਲ ਨਹੀਂ ਸੀਗਾ, ਉਹ ਗੁਰਬਾਣੀ 'ਚ ਫਰਮਾਨ ਹੈ, ਪਰ ਦਸਰਾ ਉਹਨਾਂ ਦਾ ਜ਼ਿਕਰ ਬਹੁਤਾ ਨਹੀਂ ਕਰਦਾ। ਹੁਣ ਇਸ ਕਰਕੇ ਵੀ ਫਿਰ ਇਹ ਇੱਕ ਭਾਈਚਾਰੇ ਦਾ ਵੀ ਸਵਾਲ ਹੈ। ਗੁਰੂ ਸਾਹਿਬ ਨੇ 10ਵੇਂ ਨੇ ਐਨ ਪ੍ਰਤੱਖ ਲਿਖਿਆ ਹੋਇਆ ਵੀ ਜਿਹੜੇ ਜਿਹੜੇ ਉਰੇ ਆਏ ਆਪਣੇ ਆਪ ਨੂੰ ਜਣਾ ਕੇ ਗਏ, ਗੁਰੂ ਦਾ ਉਹਨਾਂ ਦੇ ਨੇੜੇ ਤੇੜੇ ਹੈ ਹੀ ਨਹੀਂ ਸੀਗਾ, ਨਾ ਉਹਨਾਂ ਨੇ ਸੰਗਤ ਕਰੀ ਹੈ, ਨਾ ਉਹਨਾਂ ਨੂੰ ਗੁਰੂ ਮਿਲਿਆ। ਇਸ ਕਰਕੇ ਉਹ ਕਬੂਲ ਨਹੀਂ ਹੈ। ਹਾਲਾਂਕਿ ਉਹਨਾਂ ਦੇ ਅਨੁਆਈ ਸਾਰੇ ਕਹਿ ਰਹੇ ਵੀ ਸਾਨੂੰ ਉਹੀ ਠੀਕ ਹੈ। ਸੋ ਇਹ ਤਾਂ ਹੁਣ ਆਪਣੀ ਆਪਣੀ ਵਿਚਾਰ ਹੈ। ਗੁਰੂ ਸਾਹਿਬ ਦੇ ਪਿੱਛੇ ਚੱਲ ਕੇ ਜਿੰਨੀ ਕੁ ਵੀ ਸੋਝੀ ਆਉਂਦੀ ਆਪਾਂ ਲਈਏ, ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।